ਬੇਟਾ ਆਪਣਾ ਨੈਕਸਟ ਚੈਪਟਰ ਹੈਗਾ ਰੋਲ ਆਫ ਪ੍ਰੈਸ਼ਰ ਗਰੁੱਪਸ ਇਨ ਇੰਡੀਅਨ ਪੋਲੀਟਿਕਸ। ਭਾਰਤ ਦੀ ਰਾਜਨੀਤੀ ਦੇ ਵਿੱਚ ਦਬਾਅ ਸਮੂਹਾਂ ਦੀ ਭੂਮਿਕਾ। ਆਪਾਂ ਪਹਿਲਾਂ ਕੀਤਾ ਸੀ ਪੋਲੀਟੀਕਲ ਪਾਰਟੀਜ਼, ਹੈ ਨਾ, ਰਾਜਨੀਤਿਕ ਦਲ। ਰਾਜਨੀਤਿਕ ਦਲ ਦਾ ਮੀਨਿੰਗ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਾਜਨੀਤਿਕ ਦਲ ਉਹ ਦਲ ਹੁੰਦੇ ਨੇ ਜਿਨ੍ਹਾਂ ਦਾ ਇਕੱਠੇ ਰੂਪ ਦੇ ਵਿੱਚ, ਇੱਕ ਇਕਾਈ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ। ਠੀਕ ਹੈ, ਜਿਨ੍ਹਾਂ ਦਾ ਆਪਣਾ ਇੱਕ ਸਾਂਝਾ ਇਕੱਤਰ ਜਿਹੜਾ ਹੈਗਾ ਸਮੂਹ ਹੁੰਦਾ ਹੈ, ਔਰ ਜਿਨ੍ਹਾਂ ਦਾ ਮੇਨ ਪਰਪਸ ਜਿਹੜਾ ਕੀ ਹੁੰਦਾ ਹੈ, ਜਨਤਾ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਅਤੇ ਵੋਟਾਂ ਪ੍ਰਾਪਤ ਕਰਨਾ ਜਾਂ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ। ਇਸ ਦੇ ਉਲਟ ਜਿਹੜੇ ਪ੍ਰੈਸ਼ਰ ਗਰੁੱਪ ਹੈ, ਦਬਾਅ ਸਮੂਹ, ਇਹਦਾ ਬੇਟਾ ਨਾਮ ਤੋਂ ਹੀ ਪਤਾ ਲੱਗਦਾ, ਦਬਾਅ ਮੀਨਸ ਪ੍ਰੈਸ਼ਰ ਬਣਾਉਣਾ। ਯਾਨੀ ਕਿ ਦਬਾਅ ਸਮੂਹਾਂ ਦਾ ਕੰਮ ਕੀ ਹੁੰਦਾ ਹੈ, ਜਨਤਾ ਦੀਆਂ ਮਤਲਬ ਜਿਹੜੇ ਇਹਨਾਂ ਦੇ ਆਪਣੇ ਮੈਂਬਰ ਹੁੰਦੇ ਨੇ ਦਬਾਅ ਸਮੂਹਾਂ ਦੇ, ਸਿਰਫ ਔਰ ਸਿਰਫ ਸਮੂਹ ਦੇ ਜਿਹੜੇ ਮੈਂਬਰ ਹੁੰਦੇ ਨੇ, ਉਹਨਾਂ ਦੇ ਕੰਮਾਂ ਦੇ ਲਈ, ਉਹਨਾਂ ਦੀ ਹਿੱਤਾਂ ਦੀ ਪੂਰਤੀ ਦੇ ਲਈ ਲਗਾਤਾਰ ਸਰਕਾਰ ਦੇ ਉੱਤੇ ਦਬਾਅ ਪਾਉਣਾ। ਇਹਨਾਂ ਦਾ ਮਤਲਬ ਇਹ ਹੈ, ਇਹਨਾਂ ਦਾ ਮੇਨ ਪਰਪਸ ਬੇਟਾ ਰਾਜਨੀਤਿਕ ਸੱਤਾ ਨੂੰ ਪ੍ਰਾਪਤ ਨਹੀਂ ਕਰਨਾ ਹੁੰਦਾ। ਇਹਨਾਂ ਦਾ ਮੇਨ ਪਰਪਸ ਹੁੰਦਾ ਹੈ ਸਿਰਫ ਔਰ ਸਿਰਫ ਆਪਣੇ ਹਿੱਤਾਂ ਦੀ ਪੂਰਤੀ ਕਰਨਾ। ਦਬਾਅ ਸਮੂਹ ਸਮਾਨ ਹਿੱਤਾਂ ਵਾਲੇ ਲੋਕਾਂ ਦਾ ਇੱਕ ਅਜਿਹਾ ਸਮੂਹ ਹੁੰਦਾ, ਸਮਾਨ ਹਿੱਤ, ਜਿਨ੍ਹਾਂ ਦੇ ਹਿੱਤ ਸਮਾਨ ਹੁੰਦੇ ਨੇ, ਜਿਹੜਾ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਸਰਕਾਰ 'ਤੇ ਦਬਾਅ ਪਾਉਂਦਾ ਹੈ। ਇਹਨਾਂ ਸਮੂਹਾਂ ਦਾ ਉਦੇਸ਼ ਰਾਜਨੀਤਿਕ ਸੱਤਾ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ, ਸਗੋਂ ਕਿ ਆਪਣੇ ਹਿੱਤਾਂ ਦੇ ਪੱਖ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਯਾਨੀ ਕਿ ਸਰਕਾਰ ਨੂੰ ਇੰਨਾ ਕੁ ਪ੍ਰੈਸ਼ਰਾਈਜ਼ ਕਰਨਾ ਕਿ ਉਹ ਇਹਨਾਂ ਦੀ ਗੱਲ ਮੰਨ ਲਵੇ। ਜਿਵੇਂ ਮਜ਼ਦੂਰ ਸੰਘ ਹੋ ਗਿਆ, ਹੁਣ ਦੇਖਿਆ ਹੋਏਗਾ ਤੁਸੀਂ, ਕਿਸਾਨ ਮਜ਼ਦੂਰ ਏਕਤਾ, ਹੈ ਨਾ, ਕਿਸਾਨਾਂ ਦਾ ਸੰਘ ਹੈ। ਇਹਨਾਂ ਦਾ ਮੇਨ ਪਰਪਸ ਕੀ ਹੈ? ਇਹਨਾਂ ਦਾ ਮੇਨ ਪਰਪਸ ਇਲੈਕਸ਼ਨਸ ਲੜਨੇ ਨਹੀਂ ਹੈ। ਇਹਨਾਂ ਦਾ ਮੇਨ ਪਰਪਸ ਕੀ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਕਾਨੂੰਨ ਸਰਕਾਰ ਦੁਆਰਾ ਬਣਾਏ ਗਏ ਨੇ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨਾ। ਸਮਝ ਆ ਗਈ? ਦਬਾਅ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੁੰਦੀਆਂ ਨੇ ਬੇਟਾ? ਇਹਦੇ ਵਿੱਚ 2 ਡੈਫੀਨੇਸ਼ਨਸ ਤੁਸੀਂ ਲਰਨ ਕਰਨੀਆਂ ਨੇ, 6 ਨੇ, ਤੁਸੀਂ ਕੋਈ ਵੀ 2 ਡੈਫੀਨੇਸ਼ਨਸ ਇਹਦੇ ਵਿੱਚ ਲਿਖਣੀਆਂ ਨੇ। ਉਸ ਤੋਂ ਬਾਅਦ ਆਉਂਦਾ ਹੈ ਕਰੈਕਟਰ ਸਕੈਚਸ ਕੀ ਨੇ ਬੇਟਾ ਇਹਨਾਂ ਦੇ। ਨੰਬਰ 1, ਫਾਰਮਲ ਆਰਗੇਨਾਈਜੇਸ਼ਨ, ਰਸਮੀ ਸੰਗਠਨ ਹੁੰਦਾ ਹੈ। ਠੀਕ ਹੈ, ਦਬਾਅ ਸਮੂਹਾਂ ਦਾ ਆਪਣਾ ਸੰਵਿਧਾਨ, ਅਹੁਦੇਦਾਰ, ਦਫ਼ਤਰ ਆਦਿ ਹੁੰਦੇ ਨੇ, ਜਿੱਥੇ ਬੈਠ ਕੇ ਆਪਣਾ ਕਾਰ ਵਿਹਾਰ ਚਲਾਉਂਦੇ ਨੇ। ਠੀਕ ਹੈ, ਯੂਨੀਵਰਸੈਲਿਟੀ ਹੁੰਦੀ ਹੈ, ਸਰਵ ਵਿਆਪਕਤਾ ਹੁੰਦੀ ਹੈ। ਦਬਾਅ ਸਮੂਹ ਬੇਟਾ ਹਰ ਕਿਤੇ ਹੁੰਦੇ ਨੇ, ਚਾਹੇ ਉਹ ਕੋਈ ਦੇਸ਼ ਛੋਟਾ ਹੈ, ਵੱਡਾ ਹੈ, ਛੋਟਾ ਸਟੇਟ ਹੈ, ਵੱਡੀ ਸਟੇਟ ਹੈ, ਦਬਾਅ ਸਮੂਹ ਜਿਹੜੇ ਹੈਗੇ ਨੇ ਉਹ ਹਰ ਪਾਸੇ ਤੁਹਾਨੂੰ ਮਿਲਣਗੇ। ਪ੍ਰੋਟੈਕਸ਼ਨਸ ਆਫ ਦ ਸਪੈਸ਼ਲ ਇੰਟਰਸਟ, ਇਹ ਲੋਕ ਕਲਿਆਣ ਲਈ ਕੰਮ ਨਹੀਂ ਕਰਦੇ ਜਾਂ ਸਾਰੀ ਜਨਤਾ ਲਈ ਕੰਮ ਨਹੀਂ ਕਰਦੇ, ਇਹ ਸਿਰਫ ਔਰ ਸਿਰਫ ਉਹਨਾਂ ਹਿੱਤਾਂ ਦੀ ਪੂਰਤੀ ਦੇ ਲਈ ਕੰਮ ਕਰਦੇ ਨੇ ਜਿਹੜੇ ਇਹਨਾਂ ਦੇ ਮੈਂਬਰ ਹੁੰਦੇ ਨੇ, ਜਾਂ ਵਿਸ਼ੇਸ਼ ਹਿੱਤ ਜਿਹੜੇ ਹੁੰਦੇ ਨੇ ਉਹਨਾਂ ਦੀ ਰਾਖੀ ਕਰਨਾ ਸਿਰਫ ਔਰ ਸਿਰਫ ਇਹਨਾਂ ਦਾ ਮੇਨ ਮੋਟੋ ਹੁੰਦਾ ਹੈ। ਵਲੰਟੀਅਰ ਮੈਂਬਰਸ਼ਿਪ ਹੁੰਦੀ ਹੈ ਬੇਟਾ, ਇੱਛੁਕ ਮੈਂਬਰਸ਼ਿਪ ਹੁੰਦੀ ਹੈ, ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ। ਕੋਈ ਵੀ ਪਰਸਨ ਜਿਹੜਾ ਹੈਗਾ ਉਹ ਇਹਨਾਂ ਦਾ ਮੈਂਬਰ ਬਣ ਸਕਦਾ ਹੈ ਔਰ ਆਪਣੇ ਆਪ ਤੋਂ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਛੱਡ ਸਕਦਾ ਹੈ। ਜਨਤਕ ਨੀਤੀਆਂ ਨੂੰ ਪ੍ਰਭਾਵਿਤ ਕਰਨਾ, ਪਬਲਿਕ ਪੋਲਿਸੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਨੇ ਤਾਂ ਕਿ ਇਹਨਾਂ ਦੇ ਆਪਣੇ ਹਿੱਤਾਂ ਦੀ ਪੂਰਤੀ ਹੋ ਸਕੇ। ਨਾਨ ਪੋਲੀਟੀਕਲ ਕਰੈਕਟਰ ਹੁੰਦਾ, ਰਾਜਨੀਤਿਕ ਗੈਰ ਰਾਜਨੀਤਿਕ ਸਰੂਪ ਹੁੰਦਾ ਹੈ। ਇਨਡਾਇਰੈਕਟ ਤਰੀਕੇ ਦੇ ਨਾਲ ਜਾਂ ਡਾਇਰੈਕਟ ਤਰੀਕੇ ਨਾਲ ਪੋਲੀਟੀਕਲ ਪਾਰਟੀਜ਼ ਦੀ ਮਦਦ ਜ਼ਰੂਰ ਕਰਦੇ ਨੇ ਇਹ, ਲੇਕਿਨ ਇਹਨਾਂ ਦਾ ਮੇਨ ਫੋਕਸ ਕੀ ਹੁੰਦਾ ਹੈ, ਸਿਰਫ ਆਪਣੇ ਹਿੱਤਾਂ ਦੀ ਪੂਰਤੀ ਕਰਨਾ, ਮਤਲਬ ਹੀ ਕਹਿ ਲਓ ਵੀ ਆਪਣੇ ਮਤਲਬ ਨੂੰ ਪੂਰਾ ਕਰਨਾ। ਨੋਟ ਟੂ ਐਕਵਾਇਰ ਪੋਲੀਟੀਕਲ ਪਾਵਰ, ਇਹਨਾਂ ਦਾ ਪਰਪਸ ਜਿਹੜਾ ਹੈਗਾ ਉਹ ਰਾਜਨੀਤਿਕ ਸੱਤਾ ਨੂੰ ਪ੍ਰਾਪਤ ਕਰਨਾ ਬਿਲਕੁਲ ਨਹੀਂ ਹੁੰਦਾ। ਲੈਕ ਆਫ ਦ ਰਿਸਪੋਂਸਿਬਿਲਿਟੀ, ਇਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਉੱਤਰਦਾਇਵ ਨਹੀਂ ਹੁੰਦਾ, ਰਿਸਪੋਂਸਿਬਿਲਿਟੀ ਨਹੀਂ ਹੁੰਦੀ, ਸਿਰਫ ਔਰ ਸਿਰਫ ਇਹ ਆਪਣੇ ਤੱਕ ਹੀ ਸੀਮਿਤ ਹੁੰਦੇ ਨੇ। ਉਸ ਤੋਂ ਬਾਅਦ ਐਕਸਟਰਾ ਕੌਂਸਟੀਟਿਊਸ਼ਨਲ ਬੋਡੀਜ਼, ਗੈਰ ਸੰਵਿਧਾਨਿਕ ਸੰਗਠਨ ਦੀ ਮਾਨਤਾ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਸੰਵਿਧਾਨ ਦੇ ਵਿੱਚ ਜਿਹੜਾ ਹੈ ਗੈਰ ਸੰਵਿਧਾਨਿਕ ਸੰਗਠਨ ਨੇ ਜਿਹੜੇ ਡਾਇਰੈਕਟ ਔਰ ਇਨਡਾਇਰੈਕਟ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਦੀ ਮਦਦ ਕਰਕੇ, ਇਸ ਕਰਕੇ ਮਦਦ ਕਰਦੇ ਨੇ ਤਾਂ ਕਿ ਇਹਨਾਂ ਦੇ ਆਪਣੇ ਹਿੱਤਾਂ ਦੀ ਪੂਰਤੀ ਹੋ ਸਕੇ। ਉਸ ਤੋਂ ਬਾਅਦ ਆਉਂਦਾ ਹੈ ਭਾਰਤ ਵਿੱਚ ਦਬਾਅ ਸਮੂਹਾਂ ਦੀ ਵਿਸ਼ੇਸ਼ਤਾਵਾਂ। ਇਸ ਤੋਂ ਬਾਅਦ ਹੈ ਬੇਟਾ ਰਾਜਨੀਤਿਕ ਦਲਾਂ ਦੀ ਸਰਪ੍ਰਸਤੀ। ਸਰਪ੍ਰਸਤੀ ਮਤਲਬ ਰਾਜਨੀਤਿਕ ਦਲ ਜਿਹੜੇ ਹੈਗੇ ਨੇ ਉਹ ਇਹਨਾਂ ਦੇ ਅੰਡਰ ਕੰਮ, ਇਹ ਰਾਜਨੀਤਿਕ ਦਲਾਂ ਦੇ ਅੰਡਰ ਕੰਮ ਕਰਦੇ ਨੇ। ਠੀਕ ਹੈ, ਬਹੁਤ ਸਾਰੇ ਇੰਸਟੀਟਿਊਟ ਨੇ, ਜਿਵੇਂ ਆਲ ਟ੍ਰੇਡ ਯੂਨੀਅਨ ਕਾਂਗਰਸ ਹੋ ਗਿਆ, ਕਮਿਊਨਿਸਟ ਪਾਰਟੀ ਇੰਡੀਅਨ ਕਾਂਗਰਸ ਹੋ ਗਿਆ, ਇਹ ਜਿਹੜੇ ਸਾਰੇ ਹੀ ਸੰਗਠਨ ਨੇ, ਸਾਰੇ ਹੀ ਦਬਾਅ ਸਮੂਹ ਨੇ, ਇਹ ਕਿਹਨਾਂ ਦੀ ਅਗਵਾਈ ਹੇਠ ਕੰਮ ਕਰਦੇ ਨੇ, ਰਾਜਨੀਤਿਕ ਦਲਾਂ ਦੀ ਅਗਵਾਈ ਹੇਠ। ਉਸ ਤੋਂ ਬਾਅਦ ਆਉਂਦਾ ਹੈ ਪ੍ਰੈਸ਼ਰ ਗਰੁੱਪਸ ਆਰਗੇਨਾਈਜ਼ਡ ਔਨ ਦੀ ਬੇਸਡ ਆਫ ਕਾਸਟ, ਰਿਲੀਜਨ ਐਕਸੈਕਟਰਾ, ਜਾਤੀ ਅਤੇ ਧਰਮ ਦੇ ਨਾਮ 'ਤੇ, ਜਿਵੇਂ ਬਜਰੰਗ ਦਲ, ਅਗਰਵਾਲ ਸਭਾ, ਮਹਾਜਨ ਸਭਾ, ਬ੍ਰਾਹਮਣ ਸਭਾ, ਜੈਨ ਸਭਾ, ਰਾਜਪੂਤ ਸਭਾ, ਜਾਟ ਸਭਾ, ਇਹ ਸਾਰੀਆਂ ਜਿਹੜੀਆਂ ਕੀ ਨੇ
ਕਾਸਟ ਔਰ ਰਿਲੀਜਨ ਦੇ ਬੇਸ ਦੇ ਉੱਤੇ ਬਣੀਆਂ ਨੇ। ਹੁਣ ਜਿਹੜੀ ਹਿੰਦੂ ਸਭਾ ਹੈ ਜਾਂ ਬ੍ਰਾਹਮਣ ਸਭਾ ਹੈ, ਉਹ ਸਿਰਫ ਔਰ ਸਿਰਫ ਬ੍ਰਾਹਮਣਾਂ ਲਈ ਕੰਮ ਕਰਦੀ ਹੈ, ਨਾ ਕਿ ਕਿਸੇ ਜੱਟ ਫੈਮਲੀਜ਼ ਦੇ ਲਈ ਜਾਂ ਕਿਸੇ